हमसे बदल गया वो निगाहें तो क्या हुआ। ਅੱਜ ਇਸ ਉਰਦੂ ਗਾਣੇ ਦੇ ਬਾਰੇ ਹੀ ਗੱਲ ਕਰਾਂਗੇ। ਇਹ ਗਾਣਾ ਕਿਸ ਤਰ੍ਹਾਂ ਬਣਿਆ ਤੇ ਇਹਦੇ ਪਿੱਛੇ ਕੀ ਕਹਾਣੀ ਆ। ਇਹ ਗਾਣਾ ਇਹੋ ਜਿਹਾ ਕਿ ਜਦੋਂ ਵੀ ਕਿਸੇ ਨੇ ਸੁਣਿਆ ਉਹਨੂੰ ਇੱਕ ਇਹੋ ਜਿਹਾ ਅਹਿਸਾਸ ਹੋਇਆ ਕਿ ਜਿਸ ਤਰ੍ਹਾਂ ਗਾਣਾ ਉਹਦਾ ਆਪਣਾ ਹੀ ਆ। ਇਸ ਗਾਣੇ ਦੇ ਗੱਲ ਕਰਨ ਤੋਂ ਪਹਿਲੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਆਈਕਨ ਦਬਾ ਲਓ ਤਾਂ ਕਿ ਸਾਡੀਆਂ ਸਾਰੀਆਂ ਜਿਹੜੀਆਂ ਨਾ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਤੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ, ਤੇ ਵੀਡੀਓ ਨੂੰ ਪੂਰਾ ਦੇਖਣਾ ਤਾਂ ਕਿ ਤੁਹਾਨੂੰ ਐਂਡ ਤੱਕ ਪਤਾ ਲੱਗੇ ਕਿ ਗਾਣਾ ਕਿਉਂ ਬਣਿਆ ਸੀਗਾ। ਮੁਹੰਮਦ ਅਲੀ ਤੇ ਮੈਡਮ ਸ਼ਮੀਮ ਆਰਾ, ਇਹਨਾਂ ਦੋਨਾਂ ਦੀ ਜੋੜੀ ਸੈੱਟ ਹੋਣ ਜਾ ਰਹੀ ਸੀਗੀ। ਆਗ ਕਾ ਦਰਿਆ ਫਿਲਮ ਦੇ ਵਿੱਚ ਦੋਨੋਂ ਕੰਮ ਕਰ ਚੁੱਕੇ ਸੀਗੇ ਤੇ ਔਰ ਇਸ ਫਿਲਮ ਦੇ ਵਿੱਚ ਦੋਨੋਂ ਬਹੁਤ ਕਰੀਬ ਆ ਗਏ ਸੀਗੇ। ਮੁਹੰਮਦ ਅਲੀ ਸਾਹਿਬ ਨੇ ਮੈਡਮ ਸ਼ਮੀਮ ਆਰਾ ਜਿਹੜੀ ਸੀ ਉਹਨਾਂ ਨੂੰ ਹੀਰੇ ਦੀ ਇੱਕ ਅੰਗੂਠੀ ਵੀ ਭੇਜੀ। ਉਹ ਅੰਗੂਠੀ ਜਿਹੜੀ ਸੀ ਉਹਨਾਂ ਦੀ ਵਾਲਦਾ ਨੂੰ ਪਸੰਦ ਨਹੀਂ ਆਈ। ਉਹਨਾਂ ਦੀ ਵਾਲਦਾ ਨੇ ਕੁਛ ਇਤਰਾਜ਼ ਕਰਦੇ ਹੋਏ ਗੁੱਸੇ ਦਾ ਇਜ਼ਹਾਰ ਕੀਤਾ ਤੇ ਮੁਹੰਮਦ ਅਲੀ ਸਾਹਿਬ ਦੇ ਬਾਰੇ 'ਚ ਸ਼ਮੀਮ ਆਰਾ ਦੇ ਕੰਨ ਜਿਹੜੇ ਇਸ ਤਰ੍ਹਾਂ ਭਰੇ ਕਿ ਉਹ ਫਟਣ ਵਾਲੇ ਹੋ ਗਏ। ਇਹਨਾਂ ਦਿਨਾਂ 'ਚ ਹਮਾਯੂੰ ਮਿਰਜ਼ਾ ਉਹਨਾਂ ਦੀ ਇੱਕ ਫਿਲਮ ਆਉਣ ਵਾਲੀ ਸੀਗੀ ਦਿਲੇ ਬੇਤਾਬ। ਇਸ ਫਿਲਮ ਦੇ ਲਈ ਦੋ ਪੇਅਰ ਬਣ ਚੁੱਕੇ ਸੀ ਮੁਹੰਮਦ ਅਲੀ ਤੇ ਸ਼ਮੀਮ ਆਰਾ ਦਾ। ਲੇਕਿਨ ਜਦੋਂ ਇਹ ਮਾਮਲਾ ਹੋਇਆ ਤੇ ਸ਼ਮੀਮ ਆਰਾ ਨਾਲ ਹਮਾਯੂੰ ਮਿਰਜ਼ਾ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਇਹ ਫਿਲਮ ਹੈ ਤੇ ਇਸ ਤਰ੍ਹਾਂ ਇਹਦੀ ਸਟੋਰੀ ਹੈ, ਤੁਸੀਂ ਇਹਦੇ ਕੰਮ ਕਰਨਾ। ਤੇ ਸ਼ਮੀਮ ਆਰਾ ਨੇ ਕੰਮ ਕਰਨ ਤੋਂ ਇਨਕਾਰ ਕਰਤਾ। ਲੇਕਿਨ ਹਮਾਯੂੰ ਮਿਰਜ਼ਾ ਨੇ ਬਹੁਤ ਕੋਸ਼ਿਸ਼ ਕੀਤੀ, ਉਹਨਾਂ ਨੂੰ ਇਹ ਅਹਿਸਾਸ ਦਿਲਾਇਆ ਕਿ ਤੁਸੀਂ ਇਹ ਫਿਲਮ ਕਰੋ, ਤੁਸੀਂ ਜਿਸ ਤਰ੍ਹਾਂ ਕਹੋਗੇ ਕਰ ਲਾਂਗੇ। ਫਿਲਮ ਦੀ ਸਟੋਰੀ ਵੀ ਕੁਛ ਇਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਸ਼ਮੀਮ ਆਰਾ ਦੇ ਉੱਤੇ ਕੈਫੀਅਤ ਚੱਲ ਰਹੀ ਸੀ। ਤੇ ਉਹਨਾਂ ਨੇ ਉਹਨਾਂ ਨੂੰ ਆਖਿਆ ਕਿ ਇਹਦੇ ਵਿੱਚ ਕੋਈ ਇੱਕ ਇਹੋ ਜਿਹਾ ਕੰਮ ਹੋਣਾ ਚਾਹੀਦਾ ਜਿਹਦੇ 'ਚ ਮੈਂ ਆਪਣੇ ਦਿਲ ਦਾ ਇਜ਼ਹਾਰ ਕਰ ਸਕਾਂ ਕਿ ਮੇਰੇ ਨਾਲ ਮੁਹੰਮਦ ਅਲੀ ਨੇ ਕੀ ਕੀਤਾ। ਤੇ ਉਹਨਾਂ ਦੀ ਇਸ ਖੁਆਇਸ਼ ਨੂੰ ਪੂਰਾ ਕਰਨ ਲਈ ਹਮਾਯੂੰ ਮਿਰਜ਼ਾ ਨੇ ਉਹਨਾਂ ਨਾਲ ਵਾਅਦਾ ਕਰ ਲਿਆ ਕਿ ਠੀਕ ਹੈ ਜੀ ਮੈਂ ਤੁਹਾਡੇ ਮੁਤਾਬਿਕ ਇਸ ਫਿਲਮ ਨੂੰ ਕਰਾਂਗਾ। ਤੇ ਉਹ ਉਹਨਾਂ ਨੂੰ ਲੈ ਕੇ ਕਤਰੀ ਸ਼ਫਾਈ ਜਿਹੜੇ ਸੀ ਉਹਨਾਂ ਦੇ ਕੋਲ ਚਲੇ ਗਏ। ਇਸ ਫਿਲਮ ਦੇ ਵਿੱਚ ਰਾਣੀ ਤੇ ਯੂਸਫ ਖਾਨ ਇਹ ਦੋਨੋਂ ਵੀ ਕੰਮ ਕਰ ਰਹੇ ਸੀਗੇ। ਤੇ ਫਿਰ ਉਸ ਤੋਂ ਬਾਅਦ ਫਾਰੂਕੀ ਸਾਹਿਬ ਜਿਹੜੇ ਸੀਗੇ ਉਹ ਮੈਡਮ ਨੂੰ ਲੈ ਕੇ ਤੇ ਫਿਲਮ ਦੇ ਡਾਇਰੈਕਟਰ ਕੋਲ ਚਲੇ ਗਏ ਤੇ ਨਾਲ ਹੀ ਉੱਥੇ ਉਹਨਾਂ ਨੇ ਕਤਰੀ ਸ਼ਫਾਈ ਸਾਹਿਬ ਨੂੰ ਬੁਲਾ ਲਿਆ। ਕਤਰੀ ਸ਼ਫਾਈ ਸਾਹਿਬ ਲਿਖਣ ਦੇ ਮਾਮਲੇ 'ਚ ਗਾਣੇ ਲਿਖਣ 'ਚ ਬਹੁਤ ਹੀ ਮਾਹਿਰ ਸੀਗੇ। ਉਹਨਾਂ ਨੇ ਜਦੋਂ ਮੈਡਮ ਦੀ ਇਹ ਗੱਲ ਸਾਰੀ ਕਹਾਣੀ ਸੁਣਨ ਤੋਂ ਬਾਅਦ ਉੱਥੇ ਬੈਠੇ ਉਹਨਾਂ ਨੇ ਚੰਦ ਜੁਮਲੇ ਜਿਹੜੇ ਗਾਣੇ ਦੇ ਅਰਜ਼ ਕੀਤੇ ਤੇ ਮੈਡਮ ਉਹ ਜੁਮਲੇ ਸੁਣ ਕੇ ਉੱਠ ਕੇ ਖੜੀ ਹੋ ਗਈ ਤੇ ਉਹਨਾਂ ਦੇ ਹੱਥ ਜਾ ਕੇ ਚੁੰਮ ਲਏ, ਕਿਉਂਕਿ ਉਹਨਾਂ ਨੇ ਗੱਲਾਂ ਹੀ ਇਹੋ ਜਿਹੀਆਂ ਕੀਤੀਆਂ ਸੀ। ਇਹ ਗਾਣਾ ਉਦੋਂ ਹੀ ਲਿਖਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਨੇ ਗਾਣਾ ਲਿਖ ਕੇ ਤੇ ਅਨੈਲ ਸੈਨ ਸਾਹਿਬ ਨੂੰ ਦੇ ਦਿੱਤਾ। ਅਨੈਲ ਸੈਨ ਸਾਹਿਬ ਨੇ ਤਬਲਾ ਹਾਰਮੋਨੀਅਮ ਸਾਰਾ ਕੁਝ ਚੱਕਿਆ ਤੇ ਉਹਦੀ ਧੁਨ ਬਣਾਉਣੀ ਸ਼ੁਰੂ ਕਰਤੀ। ਹੁਣ ਮੈਡਮ ਨੂੰ ਧੁਨ ਪਸੰਦ ਨਹੀਂ ਆ ਰਹੀ ਸੀ। ਅਮੂਮਨ ਹੁੰਦਾ ਕੀ ਹੈ ਕਿ ਫਿਲਮ ਜਦੋਂ ਵੀ ਬਣਦੀ ਹੈ ਡਾਇਰੈਕਟਰ ਤੇ ਪ੍ਰੋਡਿਊਸਰ ਉਹਨਾਂ ਦੇ ਨਾਲ ਹੀ ਮਸ਼ਵਰਾ ਕੀਤਾ ਜਾਂਦਾ ਹੈ, ਗੁਲੂਕਾਰ ਜਾਂ ਅਦਾਕਾਰ ਜਾਂ ਉਹਨਾਂ ਦੇ ਨਾਲ ਕੋਈ ਖਾਸ ਮਸ਼ਵਰਾ ਨਹੀਂ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਹੋਏਗਾ। ਲੇਕਿਨ ਇਹਦੇ ਵਿੱਚ ਫਾਰੂਕੀ ਸਾਹਿਬ ਨੇ ਸ਼ਮੀਮ ਆਰਾ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਡੇ ਮੁਤਾਬਕ ਇਸ ਫਿਲਮ ਨੂੰ ਕ੍ਰੀਏਟ ਕਰਾਂਗਾ ਤੇ ਉਹਨਾਂ ਨੇ ਉਹਨਾਂ ਦੇ ਮਸ਼ਵਰੇ ਦੇ ਨਾਲ ਕੀਤਾ। ਰਿਹਰਸਲ ਕਰਨ ਤੋਂ ਬਾਅਦ ਅਨੈਲ ਸੈਨ ਸਾਹਿਬ ਨੇ ਜਿਹੜੇ ਨਾ ਇਸ ਗਾਣੇ ਦੀ ਧੁਨ ਤਿਆਰ ਕੀਤੀ ਤੇ ਇੱਕ ਦਿਨ ਉਹਨਾਂ ਨੇ ਮੈਡਮ ਨੂੰ ਫੋਨ ਕੀਤਾ ਕਿ ਅੱਜ ਅਸੀਂ ਖਾਣਾ ਤੁਹਾਡੇ ਨਾਲ ਹੀ ਖਾਵਾਂਗੇ। ਇਸੇ ਤਰ੍ਹਾਂ ਕਤਰੀ ਸ਼ਫਾਈ ਸਾਹਿਬ ਜਿਹੜੇ ਸੀ ਉਹਨਾਂ ਦੀ ਮੁਹੰਮਦ ਅਲੀ ਸਾਹਿਬ ਦੇ ਨਾਲ ਬੜੀ ਗਹਿਰੀ ਦੁਆ ਸਲਾਮ ਸੀਗੀ, ਯਾਰਾਨਾ ਸੀਗਾ ਤੇ ਉਹਨਾਂ ਨੇ ਵੀ ਇਹ ਸਾਰੀ ਸਿਚੁਏਸ਼ਨ ਇਹ ਗਾਣਾ ਕਿਸ ਤਰ੍ਹਾਂ ਬਣਿਆ ਮੁਹੰਮਦ ਅਲੀ ਸਾਹਿਬ ਨੂੰ ਵੀ ਦੱਸ ਦਿੱਤਾ। ਤੇ ਮੁਹੰਮਦ ਅਲੀ ਸਾਹਿਬ ਜਿਹੜੇ ਸੀ ਉਹ ਵੇਰ ਗਏ। ਉਹ ਫਾਰੂਕੀ ਸਾਹਿਬ ਨੂੰ ਕਹਿੰਦੇ ਜੀ ਇਹ ਤੁਸੀਂ ਕੀ ਕੀਤਾ। ਹਾਂ ਹੁਣ ਇਹ ਗਾਣਾ ਜੇ ਉਹਨਾਂ ਦੇ ਉੱਤੇ ਪਿਕਚਰਾਈਜ਼ ਹੋਇਆ ਤੇ ਇਹ ਮੇਰੇ ਉੱਤੇ ਵੀ ਹੋਏਗਾ। ਹੁਣ ਫਾਰੂਕੀ ਸਾਹਿਬ ਸਿਰ ਫੜ ਕੇ ਬਹਿ ਗਏ ਵੀ ਹੁਣ ਕੀ ਕਰਾਂ। ਅੱਛਾ ਇਹ ਸੋਚਦੇ ਹੀ ਉਹਨਾਂ ਦੇ ਜ਼ਿਹਨ 'ਚ ਆਇਆ ਕਿ ਇਸੇ ਗਾਣੇ ਨੂੰ ਦੁਬਾਰਾ ਪਿਕਚਰਾਈਜ਼ ਕੀਤਾ ਜਾਏ, ਦੁਬਾਰਾ ਮਤਲਬ ਗਾਇਆ ਜਾਏ। ਇਹ ਗਾਣਾ ਉਹਨਾਂ ਨੇ ਮਹਿੰਦੀ ਹਸਨ ਸਾਹਿਬ ਕੋਲੋਂ ਵੀ ਗਾ ਲਿਆ ਤੇ ਮਹਿੰਦੀ ਹਸਨ ਸਾਹਿਬ ਨੇ ਵੀ ਇਸ ਗਾਣੇ ਨੂੰ ਇਸ ਤਰ੍ਹਾਂ ਗਾਇਆ ਕਿ ਮੈਂ ਕਹਿੰਦਾ ਚਾਰ ਚੰਦ ਲਾਤੇ। ਇੱਕ ਪਾਸੇ ਮੈਡਮ ਨੂਰ ਜਹਾਂ, ਦੂਜੇ ਪਾਸੇ ਮਹਿੰਦੀ ਹਸਨ ਸਾਹਿਬ। ਤੇ ਇਹ ਗਾਣਾ ਮੁਹੰਮਦ ਅਲੀ ਸਾਹਿਬ 'ਤੇ ਵੀ ਪਿਕਚਰਾਈਜ਼ ਹੋਇਆ। ਮੁਹੰਮਦ ਅਲੀ ਸਾਹਿਬ ਵੀ ਚਾਹੁੰਦੇ ਸੀਗੇ ਕਿ ਜਿਸ ਤਰ੍ਹਾਂ ਸ਼ਮੀਮ ਆਰਾ ਨੇ ਆਪਣੇ ਇਜ਼ਹਾਰ ਕੀਤਾ ਸੇਮ ਕੈਫੀਅਤ ਮੇਰੀ ਵੀ ਆ ਤੇ ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਇਸ ਤਰ੍ਹਾਂ ਇਹ ਗਾਣਾ ਬਣਿਆ ਤੇ ਇਹ ਫਿਲਮ ਜਿਹੜੀ ਸੀ ਨਾ ਇਹ ਗਾਣਾ ਇਸ ਫਿਲਮ ਦੀ ਮਕਬੂਲੀਅਤ ਦਾ ਜ਼ਰੀਆ ਬਣਿਆ। ਫਿਲਮ ਸੁਪਰ ਹਿੱਟ ਹੋ ਗਈ ਇਸ ਗਾਣੇ ਦੀ ਵਜ੍ਹਾ ਨਾਲ। ਇਹ ਛੋਟੀ ਜਿਹੀ ਕਹਾਣੀ ਸੀ ਇਸ ਗਾਣੇ ਦੇ ਪਿੱਛੇ ਵੀ ਇਹ ਗਾਣਾ ਕਿਸ ਤਰ੍ਹਾਂ ਬਣਿਆ। ਤੇ ਉਸ ਤੋਂ ਬਾਅਦ ਮੁਹੰਮਦ ਅਲੀ ਸਾਹਿਬ ਜਿਹੜੇ ਉਹ ਦੁਨੀਆ 'ਚ ਨਹੀਂ ਹੈਗੇ, ਉਹਨਾਂ ਲਈ ਦੁਆ ਕਰਨਾ ਕਿ ਅੱਲਾਹ ਪਾਕ ਉਹਨਾਂ ਨੂੰ ਜੰਨਤੁਲ ਫਿਰਦੌਸ ਜਗ੍ਹਾ ਦੇਵੇ, ਉਹਨਾਂ ਦੀ ਮਗਫਰਤ ਫਰਮਾਏ। ਮੈਨੂੰ ਇਜਾਜ਼ਤ ਦਿਓ, ਅੱਲਾਹ ਹਾਫਿਜ਼।